ਜਵੇਦ ਭਾਈ ਫਿਰ ਤੁਸੀਂ ਦੱਸਿਆ ਕਿ ਮੱਝ ਤੁਹਾਨੂੰ ਨਵੀਂ ਗੱਲ ਸੁਣਾਈ ਹੈ, ਪਹਿਲੇ ਅਸੀਂ ਇਹ ਗੱਲ ਨਹੀਂ ਸੁਣੀ ਕਿ ਮਹੀਨਾ ਇੰਤਜ਼ਾਰ ਕਰਨਾ ਚਾਹੀਦਾ। ਲੋਕ ਤੇ 8 ਪੈਰ ਨਹੀਂ ਇੰਤਜ਼ਾਰ ਕਰਦੇ ਭਾਈ ਜੀ। ਜੋ ਡੰਗਰ ਨਹੀਂ ਸੁੱਟਦਾ ਯਕਦਮ ਨਹੀਂ ਫਿਰ ਉਹ ਕੱਟਦਾ, ਫਿਰ ਉਹ ਆਸਤਾ ਗਲ ਕੇ ਆਪੀ ਬਾਹਰ ਆਂਦਾ, ਕੱਢ ਛੱਡਦਾ ਜ਼ੋਰ ਨਹੀਂ ਅੰਦਰ ਰਹਿੰਦੀ। ਚਲੋ ਇਹ ਦੱਸੋ ਕਿ ਨੁਸਖੇ ਲਾਣੇ ਚਾਹੀਦੇ ਨੇ ਜ਼ੋਰ ਦੇ ਕਿ ਨਹੀਂ? ਨੁਕਸਾ ਲਾਓ ਪਰ ਯਕਦਮ ਸਾਰਾ ਕੁਝ ਨਾ ਦਵੋ। ਅਗਰ ਜ਼ੋਰ ਨਹੀਂ ਸੁੱਟੀ ਡੰਗਰ ਨੇ ਉਹਨੂੰ ਭਾਜੀ ਗਲਕੰਦ ਦਵੋ, ਫਿਰ 2-3 ਦਿਨ ਛੱਡ ਕੇ ਗਲਕੰਦ ਦਿਓ ਤੇ ਫਿਰ ਨਾ ਦਿਓ, ਫਿਰ ਇਨਸ਼ਾਅੱਲਾ ਬਾਹਰ ਆ ਜਾਏਗੀ, ਸਾਫ਼ ਹੋ ਜਾਏਗਾ। ਤੇ ਜੇ ਆਟਾ ਨਹੀਂ ਸੁੱਟਦੀ ਤੇ ਆਟਾ ਜਿਹੜਾ ਡੰਗਰ ਨਹੀਂ ਸੁੱਟਦਾ ਉਹ ਨਹੀਂ ਸੁੱਟਦਾ, ਜਿਹਨੇ ਸੁੱਟਣੀਆਂ ਨੇ ਉਹਨੂੰ ਸੁੱਟ ਦੇਣੀਆਂ ਨੇ। ਅੱਛਾ, ਇਹ ਤੁਹਾਡੇ ਤਜਰਬੇ 'ਚ ਆਇਆ? ਤਜਰਬੇ 'ਚ ਆਇਆ, ਜਿਹਨੇ ਸੁੱਟਣੀਆਂ ਨੇ ਸੁੱਟ ਦੇਣੀਆਂ, ਅਗਰ ਨਹੀਂ ਸੁੱਟੀਆਂ ਤੇ ਸਮਝੋ ਡੰਗਰ ਨੇ ਅੰਦਰ ਹੀ ਸਾੜ ਛੜੀਆਂ। ਨਾਲੇ ਆਂਦੇ ਹੋ ਕਿ ਆਟਾ ਸੁੱਟੇਗੀ ਤੇ ਦੁੱਧੂ ਮੱਝ ਵਧੇਗੀ, ਨਾਲੇ ਆਂਦੇ ਕਈ ਸੁੱਟਦੀਆਂ ਨੇ। ਨਹੀਂ ਸੁੱਟਦੀਆਂ ਕਈ ਮੀਆਂ ਨਹੀਂ ਸੁੱਟਦੀਆਂ ਤੇ ਉਹਨਾਂ ਦਾ ਦੁੱਧ ਦਾ ਫਿਰ ਕੀ ਹਿਸਾਬ ਹੁੰਦਾ? ਦੁੱਧ ਤਕਰੀਬਨ ਚੱਲ ਜਾਂਦੀਆਂ ਨੇ, ਵਿੱਚ ਮੀਆਂ 100 ਜੂ ਨਹੀਂ ਚੱਲਦੀਆਂ ਕਿ 100 ਜੂ 95% ਮੀਆਂ ਚੱਲ ਜਾਂਦੀਆਂ। ਵਾਹ ਸਲਾਮ, ਕੀ ਹਾਲ ਹੈ ਭਾਈਜਾਨ? ਸ਼ੁਕਰ ਅੱਲਾ ਦਾ। ਕੀ ਨਾਂ ਹੈ ਮੇਰੇ ਵੀਰ ਦਾ? ਮੇਰਾ ਨਾਂ ਹੈ ਜੀ ਜਵੇਦ। ਜਵੇਦ ਭਾਈ ਇਹ ਕਿਹੜਾ ਪਿੰਡ ਹੈ? ਚਪਰਾੜ। ਚਪਰਾੜ, ਬੜਾ ਨਾਂ ਸੁਣਿਆ ਸੀ ਚਪਰਾੜ ਦਾ, ਅੱਜ ਅਸੀਂ ਵੇਖ ਵੀ ਲਿਆ। ਇਹ ਦੱਸੋ ਕਿ ਮਾਸ਼ਾਅੱਲਾ ਕਿੰਨੀ ਦੇਰ ਹੋ ਗਈ ਤੁਹਾਨੂੰ ਜਾਨਵਰਾਂ ਦਾ ਕੰਮ ਕਰਦੇ ਆ? ਮੈਨੂੰ ਤਕਰੀਬਨ ਭਾਜੀ 18 ਸਾਲ ਹੋ ਗਏ ਨੇ। 18 ਸਾਲ ਹੋ ਗਏ? ਹਾਂਜੀ। 18 ਸਾਲਾਂ ਵਿੱਚ ਤੁਸੀਂ ਕੀ ਸਿੱਖਿਆ ਇਸ ਕੰਮ ਦੇ ਬਾਰੇ 'ਚ? ਇਸ ਕੰਮ ਦੇ ਵਿੱਚ ਭਾਈ ਜੀ ਬੜਾ ਕੁਝ ਸਿੱਖਿਆ। ਅਗਰ ਕੋਈ ਡੰਗਰ ਬਿਮਾਰ ਹੋ ਜਾਂਦਾ ਨਾ ਜਾਂ ਕਿਸੇ ਦਾ ਥਣ ਖਰਾਬ ਹੋ ਜਾਂਦਾ ਤੇ ਕਾਫੀ ਐਸੇ ਇਲਾਜ ਨੇ ਜਿਹੜੇ ਅਸੀਂ ਦੇਸੀ ਨੁਸਖੇ ਕਰ ਸਕਨੇ ਆ। ਠੀਕ ਹੈ, ਤੁਹਾਡਾ ਕੋਈ ਫੋਨ ਨੰਬਰ ਹੈ ਵੇ? ਨਹੀਂ, ਫੋਨ ਨੰਬਰ ਨਹੀਂ ਹੈ ਭਾਜੀ। ਤੇ ਤੁਹਾਡਾ ਫੋਨ ਨੰਬਰ ਨਹੀਂ, ਲੇਕਿਨ ਅਸੀਂ ਨਾਜ਼ਰੀਨ ਨੂੰ ਕਹਾਂਗੇ ਕਿ ਸਾਨੂੰ ਵੀ ਫੋਨ ਨਾ ਕਰਨ। WhatsApp ਤੇ ਨੰਬਰ ਸਾਡਾ ਮੌਜੂਦ ਹੈ, WhatsApp ਤੇ ਮੈਸੇਜ ਕਰ ਦੇਣ ਕਿ ਸਾਡੇ ਫਲਾਣੇ ਡੰਗਰ ਨੂੰ ਫਲਾਣਾ ਮਸਲਾ ਹੈ, ਔਰ WhatsApp ਦੇ ਉੱਤੇ ਸਾਨੂੰ ਕਾਲ ਕਰੋ, ਮੈਸੇਜ ਕਰੋ, ਕਾਲ ਨਾ ਕਰੋ, ਕਿਉਂਕਿ ਬਹੁਤ ਸਾਰੇ ਲੋਕ ਕਾਲ ਕਰਦੇ ਨੇ, ਫਿਰ ਬੰਦਾ ਫੋਨ ਨਹੀਂ ਚੁੱਕ ਸਕਦਾ। ਇਸ ਵਾਸਤੇ ਬੜੀ ਮਿਹਰਬਾਨੀ ਨਾਜ਼ਰੀਨ ਦੀ। ਅੱਛਾ, ਜਵੇਦ ਨਾਮ ਦੱਸਿਆ ਜੀ? ਜਵੇਦ ਭਾਈ, ਸਭ ਤੋਂ ਪਹਿਲੇ ਸ਼ੁਰੂ ਕਰਨੇ ਥਾਣਾ ਦੇ ਮਸਾਇਲ ਤੋਂ। ਥਣ ਦੇ ਲੋਕ ਆਉਂਦੇ ਨੇ ਜੀ, ਥਣ ਦਾ ਚੰਦਰੀ ਹੋ ਗਈ ਜਨਾਬ, ਮੀਟਕੀ ਹੋ ਗਈ, ਗਲਵੱਡੀ ਹੋ ਗਈ, ਉਹਦਾ ਤਾਰ ਬਰੀਕ ਹੋ ਗਈ, ਫੁਹਾਰਾ ਬਣ ਗਿਆ, ਬੜੇ ਹੀ ਮਸਲੇ ਨੇ। ਹਾਂਜੀ। ਤੇ ਇੱਕ ਇੱਕ ਕਰਕੇ ਜ਼ਰਾ ਕਲੀਅਰ ਕਰਿਓ ਭਾਈ ਜੀ। ਅਗਰ ਥਣ ਨਹੀਂ ਸੁਣਦੀ, ਅਗਰ ਥਣ ਬੰਦ ਹੋ ਸਕਦਾ ਨਾ, ਅਗਰ ਥਣ ਦੁੱਧ ਘਟ ਸਕਦਾ, ਸਾੜੂ ਪੈ ਸਕਦਾ, ਐਸੇ ਟੀਕੇ ਨੇ ਵਿੱਚ ਉਹ ਲਾਈਏ, ਨਾਲ ਦੇਸੀ ਇਲਾਜ ਕਰੀਏ। ਥੋਮ ਹੈ, ਅਗਰ ਤੁਸੀਂ ਥਣ ਘਟ ਗਿਆ ਡੰਗਰ ਦਾ, ਬਹੁਤ ਜ਼ਿਆਦਾ ਦੁੱਧ ਘਟ ਆ ਰਿਹਾ, ਤੁਸੀਂ ਇੱਕ ਪਾ ਥੋਮ ਛੇਲ ਲਓ, ਇੱਕ ਪਾ ਦੇਸੀ ਘਿਓ ਪਾ ਲਓ, ਉਹਦੀ ਖੀਰ ਬਣਾ ਕੇ ਠੰਡਾ ਕਰਕੇ ਤੇ ਡੰਗਰ ਨੂੰ 2-3 ਡੰਗ ਦਵੋ। ਅੱਛਾ, ਤੇ ਇਨਸ਼ਾਅੱਲਾ ਥਣ ਪੂਰਾ ਹੋ ਜਾਏਗਾ। ਇਹ ਕਿੰਨੀਆਂ ਚੀਜ਼ਾਂ ਲੈਣੀਆਂ ਨੇ? ਸਿਰਫ ਇੱਕ ਪਾ ਥੋਮ, ਇੱਕ ਪਾ ਦੇਸੀ ਘਿਓ। ਤੇ ਕਿਸ ਤਰ੍ਹਾਂ ਨੂੰ ਬਣਾਉਣਾ? ਉਹਨੂੰ ਭਾਜੀ ਰਿੰਨ ਕੇ ਨਾ ਅੱਗ ਤੇ ਰਿੰਨ ਕੇ ਤੇ ਠੰਡਾ ਕਰਕੇ ਡੰਗਰ ਨੂੰ ਦੇ ਦੇਣਾ। ਕਿੰਨੀ ਵਾਰੀ ਦੇਣਾ? ਉਹ ਤਕਰੀਬਨ 3 ਦਿਨ ਦੇਣਾ, 3 ਤੋਂ 4 ਦਿਨ। ਕਿਹੜੇ ਟਾਈਮ? ਰਾਤ ਨੂੰ ਦੇ ਦੋ, ਸਵੇਰੇ ਦੇ ਦੋ, ਪੱਠੇ ਛੱਠੇ ਚਾਰ ਕੇ ਪਾਣੀ ਸ਼ਾਨੀ ਡਾਹ ਕੇ ਪਿੱਛੇ ਬੰਨ ਕੇ ਉਸ ਤੋਂ ਬਾਅਦ ਦੇ ਦੋ। ਤੇ ਦੇਣਾ ਕਿਸ ਤਰ੍ਹਾਂ, ਨਾਲ ਜਾਂ ਨਾਲ ਹੀ ਦੇਣਾ? ਅੱਛਾ, ਤੇ ਇਹ ਸਰਦੀਆਂ ਗਰਮੀਆਂ ਦੋਵਾਂ 'ਚ ਮੁਫੀਦ? ਹਾਂਜੀ, ਜਿਸ ਡੰਗਰ ਦਾ ਥਣ ਘਾਟੇ ਉਹਨੂੰ ਬਿਲਕੁਲ ਕੋਈ ਨੁਕਸਾਨ ਨਹੀਂ ਦੋ, ਇਨਸ਼ਾਅੱਲਾ ਥਣ ਪੂਰਾ ਹੋ ਜਾਏਗਾ। ਠੀਕ ਹੋ ਗਿਆ। ਅੱਛਾ, ਅਗਰ ਖੁਦਾ ਨਾ ਹਾਸਾ ਇਹਦੇ ਨਾਲ ਆਰਾਮ ਨਹੀਂ ਆਉਂਦਾ ਤਾਂ ਫਿਰ ਦੂਜਾ ਕੀ ਨੁਸਖਾ ਲਾਈਏ? ਉਸ ਤੋਂ ਬਾਅਦ ਇੱਕ ਫਾਰਮਾਕਸੈਲ ਟੀਕਾ ਭਾਜੀ ਉਹ ਥਣਾ ਦਾ। ਅੱਛਾ, ਉਹ ਲਾਓ 50-50 ਸੀਸੀ। ਹਾਂਜੀ, ਉਹ ਵੀ ਬਹੁਤ ਚੰਗਾ ਟੀਕਾ, ਸਪੈਸ਼ਲ ਥਣਾ ਲਈ ਫਾਰਮਾਕਸ। ਤੇ ਟੀਕਾ ਕਿੱਥੇ ਲਾਣਾ ਚਾਹੀਦਾ, ਗਰਦਨ ਤੇ ਜਾਂ ਪਿੱਛੇ? ਗਰਦਨ ਤੇ। ਤੇ ਇਹ ਕਦੋਂ ਲਾਣਾ, ਸਵੇਰ ਜਾਂ ਸ਼ਾਮ ਨੂੰ? ਇਹ ਇੱਕ ਦਿਨ ਛੱਡ ਕੇ ਦੂਜੇ ਦਿਨ, ਸਵੇਰ ਲਾਓ ਸ਼ਾਮੀ ਲਾਓ, ਕੋਈ ਟੈਨਸ਼ਨ ਨਹੀਂ। ਠੀਕ ਹੋ ਗਿਆ। ਇਸ ਤੋਂ ਇਲਾਵਾ ਜਿਹੜੇ ਆਂਦੇ ਨੇ ਜੀ, ਉਹ ਮੱਝ ਸਾਡੀ ਸੂ ਪਈ ਹੈ ਤੇ ਦੁੱਧ ਨਹੀਂ ਦਿੰਦੀ, ਉਹਦਾ ਬਹਾਨਾ ਚੱਡਾ ਨਹੀਂ ਬਣਦਾ, ਉਹ ਕੀ ਕਰੀਏ? ਭਾਜੀ ਇਹ ਕੁਦਰਤ ਦਾ ਨਿਜ਼ਾਮ ਹੈ, ਠੀਕ ਹੈ। ਨਹੀਂ ਵਿੱਚ ਮਾਲ ਸੁੰਦਾ, ਅਸੀਂ ਲੋਕ ਸੁੰਦੇ ਵੰਡਾ ਸ਼ੁਰੂ ਕਰ ਦਿੰਦੇ ਆ। ਕੱਚੇ ਡੰਗਰ ਨੂੰ ਵੰਡਾ ਨਹੀਂ ਸ਼ੁਰੂ ਕਰਨਾ ਚਾਹੀਦਾ, ਜਦੋਂ ਪੂਰਾ ਸਾਫ਼ ਹੋਏ 20 ਦਿਨ ਤੋਂ ਬਾਅਦ ਵੰਡਾ ਸ਼ੁਰੂ ਕਰੋ। ਆਟਾ ਛੱਟਾਂ ਸੁੱਟੇ ਫਿਰ ਵੰਡਾ ਬਿਲਕੁਲ ਸਾਫ਼ ਹੋਏ, ਅਗਰ ਵੰਡਾ ਪਾਓ ਫਿਰ ਡੰਗਰ ਗੰਦ ਨਹੀਂ ਸੁੱਟਦੇ। ਅਕਸਰ ਸੋਚੂ 80 ਡੰਗਰ ਜਿਹੜੇ ਇਹਨਾਂ ਨਹੀਂ ਸੁੱਟਦੇ, 20 ਸੁੱਟ ਦਿੰਦੇ ਨੇ। ਠੀਕ ਹੈ, 20 ਦਿਨ ਤੋਂ ਬਾਅਦ ਵੰਡਾ ਸ਼ੁਰੂ ਕਰੋ ਡੰਗਰ ਨੂੰ। ਅਸੀਂ ਲੋਕ ਸੁਣਦੇ ਪਹਿਲੇ ਕੀ ਪਾਈਏ ਫਿਰ? ਪਹਿਲੇ ਬਿਲਕੁਲ ਪੱਠੇ ਪਾਓ, ਅਰੇ ਪੱਠੇ ਪਾਓ 2 ਟਾਈਮ, ਕੋਈ ਵੰਡ ਛੰਡ ਨਹੀਂ ਪਾਣਾ। ਤੇ ਹੋਰ ਨਾਲ ਕੀ ਦਈਏ, ਕੋਈ ਉਹਨਾਂ ਨੂੰ ਗੁੜ ਛੋੜ ਕੋਈ ਦਈਏ? ਹੋਰ ਭਾਜੀ ਅਗਰ ਨਹੀਂ ਸੁਣਦੀ ਉਹਨੂੰ 3 ਟੀਕੇ 5 ਗ੍ਰਾਮ ਦੇ ਲਾਓ ਰੋਜ਼ ਦਾ ਇੱਕ। ਅੱਛਾ, ਰੋਜ਼ ਦਾ ਇੱਕ ਟੀਕਾ ਲਾਓ, ਕੋਈ ਮੁਰਚਾਂ ਨੂੰ ਦਵੋ ਤੇ ਗੁੜ ਛੋੜ ਦਵੋ ਤੇ ਡੰਗਰ ਛੇਤੀ ਸਾਫ਼ ਹੋ ਜਾਂਦਾ, ਗੰਦ ਛੰਦ ਸੁੱਟਣਾ ਸ਼ੁਰੂ ਕਰ ਦਿੰਦਾ। ਤੇ ਜਿਹੜੇ ਆਂਦੇ ਨੇ ਜੀ ਜ਼ੋਰ ਨਹੀਂ ਸੁੱਟਦੀ ਮੱਝ, ਤੇ ਉਹ ਕਿੰਨੀ ਦੇਰ ਇੰਤਜ਼ਾਰ ਕਰਨਾ ਚਾਹੀਦਾ? ਉਹਦਾ ਭਾਜੀ ਤਕਰੀਬਨ 1 ਮਹੀਨੇ ਦੇ ਵਿੱਚ ਜਿਹੜਾ ਡੰਗਰ ਜ਼ੋਰ ਨਹੀਂ ਨਾ ਸੁੱਟਦਾ, 1 ਮਹੀਨੇ ਦੇ ਵਿੱਚ ਉਹ ਗਾਲ ਕੇ ਆਪ ਹੀ ਬਾਹਰ ਕੱਢ ਦਿੰਦਾ। ਤੇ ਜਿਹੜੇ ਆਂਦੇ ਨੇ ਕਾਲੇ ਪਾਈ ਜਾਂਦੇ ਨੇ ਜੀ, 1 ਦਿਨ ਬਸ ਵੱਡੀ ਕੋ ਬਾਅਦ ਨੁਸਖੇ ਲਾਉਣ ਲੱਗ ਪੋ? ਨਹੀਂ, ਉਹ ਵੀ ਗਲਤ ਹੋ ਜਾਂਦਾ ਨਾ, ਯਕਦਮ ਕੋਈ ਵੀ ਕੰਮ ਗਲਤ ਹੋ ਜਾਂਦਾ। ਠੀਕ ਹੈ, ਨੁਕਸੇ ਬੰਦਾ ਲਾਉਂਦਾ ਨਾ, ਉਹਨੂੰ ਆਸਤਾ ਲਾਓ। ਭਾਈ ਫਿਰ ਤੁਸੀਂ ਦੱਸਿਆ ਕਿ ਮੱਝ, ਤੁਹਾਨੂੰ ਨਵੀਂ ਗੱਲ ਸੁਣਾਈ ਹੈ, ਪਹਿਲੇ ਅਸੀਂ ਇਹ ਗੱਲ ਨਹੀਂ ਸੁਣੀ ਕਿ ਮਹੀਨਾ ਇੰਤਜ਼ਾਰ ਕਰਨਾ ਚਾਹੀਦਾ। ਲੋਕ ਤੇ 8 ਪੈਰ ਨਹੀਂ ਇੰਤਜ਼ਾਰ ਕਰਦੇ। ਭਾਈ ਜੀ, ਜੋ ਡੰਗਰ ਨਹੀਂ ਸੁੱਟਦਾ ਯਕਦਮ ਨਹੀਂ ਫਿਰ ਉਹ ਕੱਟਦਾ,
ਫਿਰ ਉਹ ਆਸਤਾ ਗਲ ਕੇ ਆਪੀ ਬਾਹਰ ਆਂਦੀ, ਕੱਢ ਛੱਡਦਾ ਹੈ। ਕੱਢ ਛੱਡਦਾ, ਜ਼ੋਰ ਨਹੀਂ ਅੰਦਰ ਰਹਿੰਦੀ। ਚਲੋ ਇਹ ਦੱਸੋ ਕਿ ਨੁਸਖੇ ਲਾਣੇ ਚਾਹੀਦੇ ਨੇ ਜ਼ੋਰ ਦੇ ਕਿ ਨਹੀਂ? ਨੁਕਸਾ ਲਾਓ ਪਰ ਯਕਦਮ ਸਾਰਾ ਕੁਝ ਨਾ ਦਵੋ। ਅਗਰ ਜ਼ੋਰ ਨਹੀਂ ਸੁੱਟੀ ਡੰਗਰ ਨੇ, ਉਹਨੂੰ ਭਾਜੀ ਗਲਕੰਦ ਦਵੋ, ਫਿਰ 2-3 ਦਿਨ ਛੱਡ ਕੇ ਗਲਕੰਦ ਦਿਓ ਤੇ ਫਿਰ ਨਾ ਦਿਓ, ਫਿਰ ਇਨਸ਼ਾਅੱਲਾ ਬਾਹਰ ਆ ਜਾਏਗੀ, ਸਾਫ਼ ਹੋ ਜਾਏਗਾ। ਤੇ ਜੇ ਆਟਾ ਨਹੀਂ ਸੁੱਟਦੀ ਤੇ? ਆਟਾ ਜਿਹੜਾ ਡੰਗਰ ਨਹੀਂ ਸੁੱਟਦਾ ਉਹ ਨਹੀਂ ਸੁੱਟਦਾ, ਜਿਹਨੇ ਸੁੱਟਣੀਆਂ ਨੇ ਉਹਨੂੰ ਸੁੱਟ ਦੇਣੀਆਂ ਨੇ। ਅੱਛਾ, ਇਹ ਤੁਹਾਡੇ ਤਜਰਬੇ 'ਚ ਆਇਆ? ਤਜਰਬੇ 'ਚ ਆਇਆ, ਜਿਹਨੇ ਸੁੱਟਣੀਆਂ ਨੇ ਸੁੱਟ ਦੇਣੀਆਂ, ਅਗਰ ਨਹੀਂ ਸੁੱਟੀਆਂ ਤੇ ਸਮਝੋ ਡੰਗਰ ਨੇ ਅੰਦਰ ਹੀ ਸਾੜ ਛੜੀਆਂ। ਨਾਲੇ ਆਂਦੇ ਹੋ ਕਿ ਆਟਾ ਸੁੱਟੇਗੀ ਤੇ ਦੁੱਧੂ ਮੱਝ ਵਧੇਗੀ, ਨਾਲੇ ਆਂਦੇ ਕਈ ਸੁੱਟਦੀਆਂ ਨਹੀਂ ਸੁੱਟਦੀਆਂ ਕਈ ਮੀਆਂ ਨਹੀਂ ਸੁੱਟਦੀਆਂ, ਤੇ ਉਹਨਾਂ ਦਾ ਦੁੱਧ ਦਾ ਫਿਰ ਕੀ ਹਿਸਾਬ ਹੁੰਦਾ? ਦੁੱਧ ਤਕਰੀਬਨ ਚੱਲ ਜਾਂਦੀਆਂ ਨੇ, ਵਿੱਚ ਮੀਆਂ 100 ਜੋ ਨਹੀਂ ਚੱਲਦੀਆਂ, ਕਿ 100 ਜੋ 95% ਮੀਆਂ ਚੱਲ ਜਾਂਦੀਆਂ ਨੇ, ਤੇ ਕੋਈ 5% ਨਹੀਂ ਚੱਲਦੀਆਂ। ਯਾਨੀ ਜਿਹੜੀਆਂ ਆਟਾ ਨਾ ਸੁੱਟਣ ਕੋ 5% ਮਸਲਾ ਕਰਦੀਆਂ ਕਈ ਮੀਆਂ ਐਸੀਆਂ ਨੇ ਭਾਜੀ ਸੁੰਦੇ ਸਾਫ਼ ਹੋ ਜਾਂਦੀਆਂ ਨੇ, ਸੁੰਦੇ ਦੋ ਚੌਂ ਦਿਨਾਂ ਚ ਲਹੂ ਸੁੱਟਦੀਆਂ ਨੇ, ਗੰਦ ਸੁੱਟਦੀਆਂ ਨੇ, ਰੋਕਦੀਆਂ ਨਹੀਂ, ਉਹ ਸਾਫ਼ ਹੋ ਜਾਂਦੀਆਂ ਨੇ। ਜਿਹੜੀਆਂ ਮੀਆਂ ਸੁੰਦੀਆਂ ਨੇ, ਗੰਦ ਘੱਟ ਸੁੱਟਦੀਆਂ ਨੇ, ਫਿਰ 20 ਦਿਨ ਤੋਂ ਬਾਅਦ ਜਾ ਕੇ ਸਾਫ਼ ਹੁੰਦੀਆਂ। ਇਹ ਨਸਲਾਂ ਤੇ ਗੱਲ ਮੁੱਕਦੀ ਹੈ? ਨਸਲਾਂ ਦੀ ਗੱਲ ਮੁੱਕਦੀ। ਕਿਹੜੀ ਮੱਝ ਚੰਗੀ ਹੈ ਇਸ ਕੰਮ 'ਚ? ਇਸ ਕੰਮ ਦੇ ਭਾਜੀ ਦੇਖੋ, ਆਰਫ ਵਾਲੇ ਦੀ ਮਹੀਂ ਬਹੁਤ ਚੰਗੀ, ਚੀਚਾ ਵਤਨ ਦੀ, ਠੀਕ ਹੈ। 2 ਇਲਾਕੇ ਦੀ ਮਹੀਂ, ਕਾੜੇ ਦੀ, ਚੀਚਾ ਵਤਨ, ਆਰਫ ਵਾਲਾ, ਇਹਨਾਂ ਇਲਾਕਿਆਂ ਦੀ ਬਹੁਤ ਅੱਛੀ ਮਹੀਂ, ਸਹੀ ਦੁੱਧ ਦਿੰਦੀ। ਤੇ ਤੁਹਾਨੂੰ ਮੱਝਾਂ ਦੀ ਪਛਾਣ ਹੋ ਗਈ ਹੈ? ਹਾਂ ਬਿਲਕੁਲ ਪਛਾਣ ਹੋ। ਪਹਿਲੇ ਸੀ ਜਾਂ ਹੁਣ ਹੋਈ ਹੈ ਬਾਅਦ ਚੋਂ? ਤਕਰੀਬਨ ਜੋ ਆਸਤਾ ਇਸ ਕੰਮ 'ਚ ਵੜੇ ਆ ਨਾ, ਜੋ ਬੰਦਿਆਂ ਕੋ ਬਹਿੰਦੇ ਰਹੇ ਆ, ਫਲਾਣੀ ਨਸਲ ਹੈ, ਫਲਾਣੀ ਨਸਲ ਹੈ, ਫਿਰ ਇਸ ਤਰ੍ਹਾਂ ਭਾਜੀ ਤਜਰਬਾ ਹੋ ਗਿਆ। ਠੀਕ ਹੈ। ਯਾਨੀ ਤੇ ਇਹ ਦੱਸੋ ਕਿ ਤੁਸੀਂ ਹੋਰ ਕਿਹੜੇ ਇਲਾਜ ਕਰ ਲੈਂਦੇ ਹੋ? ਹੋਰ ਭਾਜੀ ਆਈ ਬਸ ਛੋਟਾ ਮੋਟਾ ਇਲਾਜ ਕਰ ਲਈ, ਬਿਮਾਰ ਹੋਈਏ, ਟੱਕ ਲੱਗ ਡੰਗਰ ਬਿਮਾਰ ਹੋਈਏ, ਟੀਕਾ ਸ਼ੀਕੇ ਦਾ ਪਤਾ ਹੁੰਦਾ, ਫਲਾਣਾ ਟੀਕਾ ਲਿਆ ਕੇ ਲਾਣਾ, ਫਲਾਣਾ ਦੇਸੀ ਇਲਾਜ ਕਰਨਾ, ਇੰਨਾ ਮਾੜਾ ਮੋਟਾ ਤਕਰੀਬਨ ਪਤਾ ਲੱਗ ਜਾਂਦਾ। ਆਪਣੇ ਤੋਂ ਹੈਵੀ ਹੋਏ ਫਿਰ ਡਾਕਟਰ ਨੂੰ ਬੁਲਾ ਲੈਂਦੇ ਆ। ਯਾਨੀ ਕਿ ਬਿਲਾ ਵਜ੍ਹਾ ਵੀ ਨੁਸਖੇ ਨਹੀਂ ਲਾਉਂਦੇ? ਨਹੀਂ ਬਿਲਾ ਵਜ੍ਹਾ, ਜਿਹੜਾ ਕੰਮ ਸਮਝ ਆਣਾ ਉਹ ਕਰਨਾ, ਜਿਹੜਾ ਨਹੀਂ ਸਮਝ ਆਣਾ ਡਾਕਟਰ ਨੂੰ ਬੁਲਾਣਾ। ਠੀਕ ਹੈ। ਯਾਨੀ ਨਾਜ਼ਰੀਨ ਨੂੰ ਤੁਸੀਂ ਇਹ ਮਸ਼ਵਰਾ ਵੀ ਦੇ ਰਹੇ ਹੋ ਕਿ ਅਗਰ ਤੁਹਾਡੀ ਸਮਝ ਨਾ ਆਏ ਹਾਂਜੀ ਤੇ ਫਿਰ ਫੌਰੀ ਡਾਕਟਰ ਕਿਸੇ ਅੱਛੇ ਡਾਕਟਰ ਨੂੰ ਜੋ ਕਰੋ। ਅੱਛੇ ਡਾਕਟਰ ਨੂੰ ਹੈ, ਉਂਝ ਤੇ ਡਾਕਟਰ ਬਹੁਤ ਨੇ, ਨਹੀਂ ਪਤਾ ਡਾਕਟਰਾਂ ਨੂੰ। ਜਿਹੜਾ ਅੱਛਾ ਡਾਕਟਰ ਹੈ, ਜਿਹਦਾ ਨਾਂ ਹੈ ਸਹੀ ਡਾਕਟਰ ਹੈ, ਉਹਨੂੰ ਅਸੀਂ ਬੁਲਾ ਲੈਂਦੇ ਹਾਂ। ਸਹੀ ਹੋ ਗਿਆ। ਤੇ ਅੱਛਾ ਇਹ ਦੱਸੋ ਕਿ ਜਿਹੜਾ ਮਿਰਚ ਮਸਾਲਾ ਤੁਸੀਂ ਰੈਗੂਲਰ ਦਿੰਦੇ ਹੋ ਉਹ ਕਿਹੜਾ ਦਿੰਦੇ ਹੋ ਇਹਨਾਂ ਨੂੰ? ਅਸੀਂ ਭਾਜੀ ਰੈਗੂਲਰ ਜਿਹੜਾ ਨਾ ਗੰਡਾ, ਪਿਆਜ਼, ਹਰੀ ਮਿਰਚ ਤੇ ਅਦਰਕ ਇਹ ਦੇਈਦਾ ਜ਼ਿਆਦਾ ਇਹਨਾਂ ਨੂੰ। ਕਿੰਨਾ ਸਾਰਾ? ਉਹ ਤਕਰੀਬਨ ਅੱਧਾ ਕਿਲੋ ਗੰਡਾ ਲਾ ਲਓ, ਸਟਾਕੀ ਅਦਰਕ ਲਾ ਲਓ, ਅੱਧ ਭਾਰੀ ਮਿਰਚ ਲਾ ਲਓ, ਤਕਰੀਬਨ ਇੰਨਾ ਕੁ ਤੇ ਲੂਣ ਸੁੱਟ ਕੇ ਤਾਂ ਇਹਨਾਂ ਨੂੰ ਦੇ ਦੇਈਦਾ, ਸਵੇਰ ਪਾਣੀ ਡਾਲ ਕੇ। ਫੀ ਮੱਝ ਕਿੰਨਾ ਆ ਜਾਂਦਾ? ਫੀ ਮੱਝ ਨੂੰ 3 ਪਾ ਤਕਰੀਬਨ ਦੇ ਦੋ। ਸਹੀ ਹੈ। ਇਹ ਹਫਤੇ ਬਾਅਦ? 15 ਦਿਨਾਂ ਬਾਅਦ ਦੇ ਦਿਓ, ਹਫਤੇ ਬਾਅਦ ਦੇ ਦਿਓ, ਆਪਣੀ ਹਿੰਮਤ ਭਾਜੀ। ਸਹੀ ਹੋ ਗਿਆ। ਤੇ ਜਿਹੜੀ ਮੱਝ ਜਿਹੜੀ ਹੈ ਉਹ ਦੁੱਧ ਨਹੀਂ ਵਧਾਉਂਦੀ, ਉਹਨੂੰ ਫਿਰ ਕੀ ਦਿੰਦੇ ਹੋ? ਉਹਨੂੰ ਭਾਜੀ ਜਿਹੜੀ ਮਹੀਂ ਦੁੱਧ ਨਹੀਂ ਵਧਾਉਂਦੀ, ਖਲੋ ਜਾਂਦੀ ਹੈ, ਫਿਰ ਉਹ ਮਹੀਂ ਉੱਥੇ ਹੀ ਰਹਿੰਦੀ ਹੈ। ਜਿੰਨਾ ਮਰਜ਼ੀ ਵੰਡਾ ਪਾਓ, ਫਿਰ ਉਹ ਅਗਲੇ ਸੂਬੇ ਜਾ ਕੇ ਦੁੱਧ ਜ਼ਿਆਦਾ ਦੇਗੀ, ਅਗਲੇ ਸੂਬੇ ਜਾ ਕੇ ਦੁੱਧ ਤੋਂ ਸ਼ੁਰੂ ਹੋਏਗੀ। ਤੇ ਉਹਦੀ ਵਜ੍ਹਾ ਕੀ ਹੁੰਦੀ ਜਿਹੜੀ ਦੁੱਧ? ਵਜ੍ਹਾ ਐਸੀ ਹੁੰਦੀ ਡੰਗਰ ਭਾਜੀ ਸੂਬੇ ਦੇ ਸੂਬੇ। ਮਸਲਾ ਸੂਬੇ ਮਹੀਂ ਨੇ 10-12 ਕਿਲੋ ਦੁੱਧ ਦਿੱਤਾ, ਹੋ ਸਕੇ ਅਗਲੇ ਸੂਬੇ ਥੋੜਾ ਦੇ। ਅਗਰ ਉਸ ਸੂਬੇ ਥੋੜਾ ਦਿੱਤਾ, ਫਿਰ ਉਸ ਤੋਂ ਅਗਲੇ ਸੂਬੇ ਜ਼ਿਆਦਾ ਦੁੱਧ ਦੇਗੀ। ਇਹ ਗੱਲ ਵਾਕਈ ਹਕੀਕੀ ਹੈ? ਹਕੀਕਤ ਗੱਲ ਹੈ, ਡੰਗਰ ਸੂਬੇ ਦੇ ਸੂਬੇ ਹੁੰਦਾ ਭਾਜੀ। ਇਹ ਨਾ ਕਹੋ ਮੈਂ ਇਹਨੇ ਪਹਿਲੇ ਸੂਬੇ 20 ਸਿਰ ਦਿੱਤਾ ਹੈ, ਇਸ ਸੂਬੇ ਨੇ 20 ਸਿਰ ਦੇਣਾ, ਹੋ ਸਕੇ 20 ਸਿਰ ਤੂੰ ਜ਼ਿਆਦਾ ਦੇ, ਹੋ ਸਕੇ 10 ਸਿਰ ਦੇ। ਜਿਹੜੇ ਲੋਕ ਪਰੇਸ਼ਾਨ ਹੋ ਜਾਂਦੇ ਨੇ ਕਿ ਮਤਲਬ ਸਾਡੇ ਮੱਝ ਨੇ ਡੰਗਰ ਦੁੱਧ ਨਹੀਂ ਦਿੱਤਾ ਪੂਰਾ, ਤੇ ਉਹ ਕੀ ਇਹਨੂੰ ਨੁਸਖੇ ਲਾਈਏ, ਕੀ ਦਵਾਈਆਂ ਦਈਏ, ਤੁਹਾਡਾ ਕੀ ਜ਼ਿਹਨ ਕਹਿੰਦਾ? ਭਾਜੀ ਕੋਈ ਨੁਕਸੇ ਨਹੀਂ, ਬਸ ਅੱਲਾਹ ਦੀ ਪਾਕ ਦੀ ਕੁਦਰਤ ਤੇ ਤੁਹਾਨੂੰ ਦੱਸਿਆ ਨਾ, ਬਸ ਤੁਹਾਨੂੰ ਦੱਸਿਆ ਨਾ, ਕਈ ਡੰਗਰ ਇੱਕ ਸੂਬੇ ਬੜਾ ਦੁੱਧ ਦੇਣਗੇ, ਦੂਜੇ ਸੂਬੇ ਬਹੁਤ ਘੱਟ ਦੇਣਗੇ, ਉਸ ਤੋਂ ਅਗਲੇ ਸੂਬੇ ਹੋ ਸਕੇ ਜ਼ਿਆਦਾ ਦੇ। ਇਹ ਨਹੀਂ ਗੱਲ ਕਹੀ ਜਾਂਦੀ ਇੱਕ ਡੰਗਰ ਨੇ 20 ਸਿਰ ਦਿੱਤਾ, ਇਸ ਸੂਬੇ ਅਗਲੇ ਸੂਬੇ 20 ਸਿਰ ਦੇ, ਹੋ ਸਕੇ ਉਹ 20 ਸਿਰ ਦਿੰਦੀ, ਉਹ 10 ਸਿਰ ਦੇ। ਅੱਛਾ। ਤੇ ਜਦੋਂ ਸੂਣ ਤੋਂ ਪਹਿਲੇ ਆਖਰ ਤੇ ਸਾਨੂੰ ਦੱਸ ਦਿਓ ਕਿ ਕਿਹੜਾ ਨੁਸਖਾ ਲਾਣਾ ਚਾਹੀਦਾ ਤਾਂ ਕਿ ਮੱਝ ਦਾ ਡੰਗਰ ਦੁੱਧ ਦਾ ਖਰਾਬ ਨਾ ਹੋਏ। ਸੂਣ ਤੋਂ ਪਹਿਲੇ ਉਹਨੂੰ ਕੀ ਖਵਾਈਏ ਪਿਆਈਏ, ਕਿਸ ਤਰ੍ਹਾਂ ਹਿਦਮਤ ਕਰੀਏ ਤਾਂ ਕਿ ਥਣ ਚੱਡਾ ਬਹਾਨਾ ਉਹਦਾ ਦੁੱਧ ਤੋਂ ਘਟੇ ਨਾ, ਸਭ ਠੀਕ ਰਹੇ। ਭਾਜੀ ਅਗਰ ਕਰਨਾ ਹੈ ਨਾ, ਸਿਆਲ ਹੈ ਤੇ ਉਹਨੂੰ ਦੇਸੀ ਘਿਓ ਦੇਵੋ ਦੁੱਧ ਚ ਪਾ ਕੇ। ਅੱਛਾ ਠੀਕ ਹੈ। ਅਗਰ ਗਰਮੀ ਹੈ ਨਾ ਤੇ ਫਿਰ ਉਹਨੂੰ ਤੇਲ ਸ਼ੇਲ ਦੇਵੋ, ਸੂਣ ਤੋਂ ਪਹਿਲੇ ਉਹਨੂੰ ਕੋਈ ਮਹੀਨੇ ਦੋ। ਅੱਛਾ। 2 ਮਹੀਨੇ 3 ਰਹਿ ਗਏ, ਉਹਨੂੰ ਦੇਸੀ ਤੇਲ ਦੇਵੋ, ਦੁੱਧ 'ਚ ਲੱਸੀ 'ਚ ਪਾ ਕੇ, ਦਹੀਂ 'ਚ ਪਾ ਕੇ, ਡੰਗਰ ਠੰਡਾ ਰਹੇ, ਤਗੜਾ ਹੋਈਏ, ਫਿਰ ਖੁੱਲਦਾ ਚੰਗਾ ਡੰਗਰ। ਅਗਰ ਸਿਆਲ ਹੈ ਫਿਰ ਤੁਸੀਂ ਉਹਨੂੰ ਦੇਸੀ ਘਿਓ ਚਾਰੋ, ਠੀਕ ਹੋ ਗਿਆ, ਫਿਰ ਡੰਗਰ ਚੱਡਾ ਚੰਗਾ ਕਰਦਾ, ਖੁੱਲਦਾ ਚੰਗਾ। ਯਾਨੀ 1 ਮਹੀਨਾ ਪਹਿਲੇ ਨੁਸਖੇ ਲਾਉਣ ਲੱਗ ਪਈ ਹੈ? ਹਾਂਜੀ 1 ਮਹੀਨਾ ਪਹਿਲੇ। ਹੁਣ ਮੈਂ ਢੁੱਕ ਪਈ ਸਿਆਲ ਹੈ ਤੇ ਉਹਨੂੰ ਮਹੀਨਾ ਰਹਿ ਗਿਆ ਤੇ ਘਿਓ 2 ਕਿਲੋ ਦੇ ਦਿਓ ਦੇਸੀ। ਠੀਕ ਹੈ। ਤੇ ਮਾਸ਼ਾਅੱਲਾ ਚੱਡਾ ਸਹੀ ਕਰੇਗੀ, ਔਰ ਦੁੱਧ ਵੀ ਉਮੀਦ ਰਹੇਗੀ ਕਿ ਵਧੇਗੀ? ਹਾਂ ਇਨਸ਼ਾਅੱਲਾ, ਸਾਰੀ ਗੱਲ ਨਹੀਂ। ਠੀਕ ਹੋ ਗਿਆ ਜੀ। ਜਵੇਦ ਭਾਈ ਨੂੰ ਤੁਹਾਡਾ ਫੋਨ ਨੰਬਰ ਤੇ ਨਹੀਂ ਹੈ, ਲੇਕਿਨ ਸਾਡਾ ਜੋ ਕਿ ਅਸੀਂ ਨੰਬਰ ਲਿਖਨੇ ਆ, ਤੇ ਨਾਜ਼ਰੀਨ ਅੱਗੇ ਰਿਕੁਐਸਟ ਹੈ ਕਿ WhatsApp ਤੇ ਸਿਰਫ ਮੈਸੇਜ ਕਰਨਾ ਹੈ, ਨਾ ਜਨਾਬ ਤੁਸੀਂ ਫੋਨ ਕਰਨਾ ਸਾਨੂੰ, ਔਰ ਨਾ ਹੀ WhatsApp ਤੇ ਫੋਨ ਕਰਨਾ, ਨਾ ਸਿਮ ਤੇ ਫੋਨ ਕਰਨਾ। ਬੜੀ ਮਿਹਰਬਾਨੀ, ਜਜ਼ਾਕੱਲਾ, अस्सलाम वालेकुम। वाह।